ਵਾਹਿਗੁਰੂ 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 ਵਾਹਿਗੁਰੂ। ਤਿੰਨਾਂ ਗੁਣਾਂ ਵਿੱਚ ਹੋ ਕੇ ਵੀ ਤਿੰਨਾਂ ਗੁਣਾਂ ਤੋਂ ਅਤੀਤ ਹੈ, ਤਿੰਨਾਂ ਕਾਲਾਂ ਵਿੱਚ ਹੋ ਕੇ ਵੀ ਉਹ ਕਾਲ ਅਤੀਤ ਹੈ, ਤਿੰਨਾਂ ਅਵਸਥਾਵਾਂ ਵਿੱਚ ਹੋ ਕੇ ਵੀ ਉਹ ਸਾਰੀਆਂ ਅਵਸਥਾਵਾਂ ਤੋਂ ਅਤੀਤ ਹੈ। ਉਹ ਹੈ ਇੱਕ ਓਂਕਾਰ, ਉਹਦਾ ਸਰਗੁਣ ਰੂਪ ਹੈ। ਸਤਿਨਾਮ ਸਤਿਨਾਮ ਸ੍ਰੀ ਵਾਹਿਗੁਰੂ 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 ਇੱਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ, ਇਹ ਜੋ ਪਾਵਨ ਲੜੀਵਾਰ ਵਿਚਾਰ ਪਾਵਨ ਬਾਣੀ ਸ੍ਰੀ ਅਨੰਦ ਸਾਹਿਬ ਜੀ ਦੀ ਕੁਝ ਦਿਨਾਂ ਤੋਂ ਚੱਲ ਰਹੀ ਹੈ। ਹੁਣ ਤੱਕ 20 ਪੌੜੀਆਂ ਦੀ ਵਿਚਾਰ ਹੋਈ ਹੈ। ਅੱਜ 21ਵੀਂ ਪੌੜੀ ਤੋਂ ਵਿਚਾਰ ਆਰੰਭ ਕਰਾਂਗੇ। ਇਸ ਪੌੜੀ ਵਿੱਚ ਗੁਰਦੇਵ ਉਸ ਗੁਰਸਿੱਖ ਦੇ ਬਾਰੇ ਜ਼ਿਕਰ ਕਰਦੇ ਹਨ ਜੋ ਗੁਰੂ ਦੇ ਸਨਮੁਖ ਹੋ ਕੇ ਵਿਚਰਦਾ ਹੈ, ਭਾਵ ਜੋ ਗੁਰੂ ਦੇ ਆਸ਼ੇ ਅਨੁਕੂਲ ਜੀਵਨ ਜੀਂਦਾ ਹੈ, ਗੁਰੂ ਉਪਦੇਸ਼ ਨੂੰ ਜੀਵਨ ਵਿੱਚ ਧਾਰਨ ਕਰਦਾ ਹੈ ਤੇ ਗੁਰੂ ਦੀ ਆਗਿਆ ਵਿੱਚ ਆਪਣਾ ਜੀਵਨ ਚਲਾਉਂਦਾ ਹੈ। ਉਸ ਨੂੰ ਗੁਰਦੇਵ ਨੇ ਕਿਹਾ ਸਨਮੁਖ। ਪੌੜੀ ਵਿੱਚ ਅੱਗੇ ਚੱਲ ਕੇ ਹੋਰ ਉਸ ਨੂੰ ਖੁਲਾਸਾ ਕਰਨਗੇ ਗੁਰਦੇਵ। ਪਿਛਲੀ ਪੌੜੀ ਵਿੱਚ ਅਖੀਰਲੀਆਂ ਪੰਕਤੀਆਂ ਵਿੱਚ ਆਇਆ ਸੀ, ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ। ਜਿਨ੍ਹਾਂ ਦਾ ਮਨ ਨਿਰਮਲ ਹੋ ਗਿਆ ਉਹ ਫਿਰ ਸਦਾ ਗੁਰੂ ਦੇ ਨਾਲ ਹੀ ਰਹਿੰਦੇ ਨੇ। ਗੁਰੂ ਦੇ ਨਾਲ ਰਹਿਣ ਤੋਂ ਭਾਵ ਸਰੀਰ ਕਰਕੇ ਨਹੀਂ, ਗੁਰੂ ਸਰੀਰ ਹੈ ਹੀ ਨਹੀਂ, ਗੁਰੂ ਤੱਤਵ ਹੈ ਤੇ ਤੱਤਵ ਨਾਲ ਇਕਮਿਕ ਹੋ ਕੇ ਰਹਿਣ ਦਾ ਭਾਵ ਹੈ ਉਸ ਉਪਦੇਸ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰ ਲੈਣਾ। ਗੁਰੂ ਗਿਆਨ ਹੈ, ਗੁਰੂ ਦੇ ਗਿਆਨ ਨੂੰ ਜੀਵਨ ਵਿੱਚ ਅਪਣਾ ਲੈਣਾ, ਆਪਣੇ ਜੀਵਨ ਦਾ ਅਭਿੰਨ ਅੰਗ ਬਣਾ ਲੈਣਾ ਤੇ ਗੁਰੂ ਦੇ ਦਿੱਤੇ ਨਾਮ ਵਿੱਚ ਆਪਣੀ ਆਤਮਾ ਨੂੰ ਰੰਗ ਲੈਣਾ, ਉਹ ਹੈ ਗੁਰੂ ਦੇ ਨਾਲ ਰਹਿਣਾ। ਤੇ ਉਸ ਨੂੰ ਕਿਹਾ ਗੁਰਦੇਵ ਨੇ ਸਨਮੁਖ। ਤੇ ਹੁਣ ਇਸ ਪੌੜੀ ਵਿੱਚ ਗੁਰਦੇਵ ਸਨਮੁਖ ਗੁਰਸਿੱਖ ਦੀ ਗੱਲ ਕਰਦੇ ਹਨ। ਆਓ ਪਹਿਲੇ ਮੂਲ ਪਾਠ ਨਾਲ ਜੁੜੀਏ, ਫਿਰ ਜੈਸੀ ਜੈਸੀ ਮੇਰੇ ਸਤਿਗੁਰ ਕਿਰਪਾ ਕਰਨਗੇ। ਜਪੋ ਪਿਆਰ ਨਾਲ ਜੁੜੋ।
जे को सिख गुरु सेती सन्मुख होवे। जे को सिख गुरु सेती सन्मुख होवे, होवे ता सन्मुख सिख कोई, जियो रहे गुर नाले। गुर के चरण हृदय ध्याए, अंतर आत्मे संभाले। आप छड़ सदा रहे परने, गुर बिन अवर न जाने कोय। कहे नानक सुनो संतो, सो सिख सन्मुख होए। कहे नानक सुनो संतो, सो सिख सन्मुख होए। जे को सिख गुरु सेती सन्मुख होवे। सन्मुख तो भाव जो गुरु दी उपदेश ਨੂੰ ਕਮਾਵੇ, ਗੁਰੂ ਦੀ ਆਗਿਆ ਵਿੱਚ ਰਹੇ, ਉਹ ਹੁੰਦਾ ਸਨਮੁਖ। ਦੂਜੇ ਪਾਸੇ ਹੁੰਦਾ ਮਨਮੁਖ, ਜੋ ਗੁਰੂ ਦੀ ਆਗਿਆ ਵਿੱਚ ਨਹੀਂ ਰਹਿੰਦਾ। ਉਹ ਸਾਡੀ ਇਹੀ ਵੱਡੀ ਸਮੱਸਿਆ ਹੈ। ਅਸੀਂ ਗੁਰੂ ਨੂੰ ਤੇ ਮੰਨਦੇ ਹਾਂ, ਪਰ ਗੁਰੂ ਦੀ ਨਹੀਂ ਮੰਨਦੇ। ਬੜਾ ਵੱਡਾ ਫਰਕ ਹੈ। ਸ਼ਾਇਦ ਥੋੜਾ ਕਈਆਂ ਦੇ ਦਿਲ ਨੂੰ ਚੋਟ ਹੋਏਗੀ ਕਿ ਦੇਖੋ ਅਸੀਂ ਮੱਥਾ ਟੇਕਨੇ ਆ, ਸਾਡਾ ਗੁਰੂ ਹੈ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਜਿਹਦੇ ਲੜ ਸਾਨੂੰ ਦਸਮ ਪਾਤਸ਼ਾਹ ਨੇ ਬਖਸ਼ਿਸ਼ ਕੀਤਾ ਕਿ ਅੱਜ ਤੋਂ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਹੈ। ਆਗਿਆ ਭਈ ਅਕਾਲ ਕੀ, ਤਬੈ ਚਲਾਇਓ ਪੰਥ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। गुरु ग्रंथ जी मान्यो, प्रगट गुरां की देह। जो प्रभ को मिलबो चहे, खोज शब्द मिले। जो भी प्रभु ਨੂੰ ਮਿਲਣਾ ਚਾਹੁੰਦਾ ਹੈ, ਪ੍ਰਭੂ ਗੁਰੂ ਸ਼ਬਦ ਵਿੱਚ ਵਸਿਆ ਹੈ। ਗੁਰੂ ਸ਼ਬਦ ਵਿੱਚ, ਗੁਰਬਾਣੀ ਵਿੱਚ ਗੁਰੂ ਪਰਮਾਤਮਾ ਵਸਿਆ ਹੈ, ਉੱਥੋਂ ਖੋਜ ਲਏ। ਇਹ ਦਸਾਂ ਗੁਰਾਂ ਦੀ ਆਤਮਿਕ ਦੇਹ ਹੈ, ਆਤਮਿਕ ਜੋਤ ਹੈ ਧੰਨ ਗੁਰੂ ਗ੍ਰੰਥ ਸਾਹਿਬ। ਇਸ ਵਿੱਚ ਬੈਠੇ ਦਸੇ ਗੁਰੂ ਸਾਹਿਬਾਨ, ਭਾਵੇਂ ਬਾਣੀ 6 ਗੁਰੂਆਂ ਦੀ ਹੈ, ਪਰ ਦਸਾਂ ਦੀ ਬਖਸ਼ਿਸ਼ ਹੈ। ਦਸਾਂ ਗੁਰਾਂ ਦਾ ਸਾਖਸ਼ਾਤ ਆਤਮਕ ਸਰੂਪ ਹੈ ਧੰਨ ਗੁਰੂ ਗ੍ਰੰਥ ਸਾਹਿਬ। ਤੇ ਗੁਰਦੇਵ ਕਿਰਪਾ ਕਰਦੇ ਹਨ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰ ਨਾਲੇ। ਉਹ ਮਨ ਆਤਮਾ ਅੰਤਸ਼ਕਰਨ ਤੋਂ ਗੁਰੂ ਦਾ ਹੋ ਕੇ ਰਹੇ। ਮੈਂ ਹੁਣੇ ਬੇਨਤੀ ਕੀਤੀ ਹੈ, ਗੁਰੂ ਨੂੰ ਤਾਂ ਮੰਨਦੇ ਹਾਂ। 15 ਭਗਤਾਂ ਦੀ ਬਾਣੀ ਵੀ ਹੈ, 11 ਭੱਟਾਂ ਦੀ ਬਾਣੀ ਵੀ ਹੈ, 4 ਸਿੱਖਾਂ ਗੁਰਸਿੱਖਾਂ ਦੀ ਬਾਣੀ ਵੀ ਹੈ, ਮੰਨਦੇ ਹਾਂ। ਸਮੁੱਚਾ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, 6 ਗੁਰੂਆਂ ਦੀ ਬਾਣੀ, 11 ਭੱਟਾਂ ਦੀ ਬਾਣੀ, 4 ਗੁਰਸਿੱਖਾਂ ਦੀ ਬਾਣੀ, 15 ਭਗਤਾਂ ਦੀ ਬਾਣੀ, ਸਮੁੱਚਾ ਸਰੂਪ ਹੈ ਧੰਨ ਗੁਰੂ ਗ੍ਰੰਥ ਸਾਹਿਬ। ਮੱਥਾ ਟੇਕਣੇ ਆ। ਬਟ ਜਦੋਂ ਆਉਂਦੀ ਗੁਰੂ ਦੀ ਗੱਲ ਮੰਨਣ ਦੀ, ਤੇ ਸਾਡਾ ਤੇ ਗੁਰਦੁਆਰੇ ਆ ਕੇ ਵੀ ਗੁਰੂ ਦੀ ਗੱਲ ਵੱਲ ਧਿਆਨ ਨਹੀਂ ਹੁੰਦਾ। ਬੜੀ ਸ਼ਰਧਾ ਨਾਲ ਆਏ, ਕੜਾਹ ਪ੍ਰਸ਼ਾਦੀ ਦੇਗ ਕਰਾਈ, ਮਾਇਆ ਗੋਲਕ ਵਿੱਚ ਪਾਈ, ਮੱਥਾ ਟੇਕਿਆ ਬੜਾ ਭਿੱਜ ਕੇ। ਰਾਗੀ ਸਿੰਘਾਂ ਦਾ ਵੀ ਆਦਰ ਕੀਤਾ, ਜਾਂ ਕਥਾਵਾਚਕ ਕਥਾ ਕਰ ਰਹੇ ਨੇ ਉਹਨਾਂ ਦਾ ਵੀ ਆਦਰ ਕੀਤਾ। ਪਰ ਹੁਣ ਬਹਿਣ ਦੀ ਥਾਂ ਲੱਭਦੇ ਹਾਂ ਅਸੀਂ ਕਿ ਜਿੱਥੇ ਸਾਡਾ ਕੋਈ ਪਿਆਰ ਵਾਲਾ ਮਿੱਤਰ ਬੈਠਾ ਹੈ। ਗੱਲ ਤੇ ਮਿੱਤਰ ਦੀ ਆ ਗਈ, ਹੁਣ ਗੁਰੂ ਦੀ ਤੇ ਗੱਲ ਉੱਥੇ ਖਤਮ ਹੋ ਗਈ। ਆਏ ਸਾਂ ਗੁਰੂ ਕੋਲ ਬਹਿਣ ਵਾਸਤੇ, ਲੱਭਦੇ ਹਾਂ ਜਗ੍ਹਾ ਮਿੱਤਰ ਦੇ ਕੋਲ, ਕੋਈ ਗੱਲ ਹੀ ਚੱਲ ਪਏਗੀ। ਹੁਣ ਇਹ ਨਹੀਂ ਧਿਆਨ ਵੀ ਸਾਹਮਣੇ ਉਹ ਕੀਰਤਨ ਹੋ ਰਿਹਾ ਹੈ ਜਾਂ ਵਿਦਵਾਨ ਕੋਈ ਕਥਾ ਕਰ ਰਿਹਾ ਹੈ। ਐਨ ਸਾਹਮਣੇ ਬੈਠ ਕੇ ਪਹਿਲੇ ਇਸ਼ਾਰਿਆਂ 'ਚ ਤੇ ਫਿਰ ਹੌਲੀ ਜੀ ਕੰਨਾਂ ਵਿੱਚ। ਇਹ ਕਿਆ ਸੰਸਾਰ ਦੇ
22-23 ਘੰਟੇ ਜਿਹੜਾ ਸੰਸਾਰ 'ਚ ਤੁਸੀਂ ਰਹੇ ਉਹ ਘੱਟ ਪੈ ਗਏ ਤੁਹਾਨੂੰ ਕਿ ਹੁਣ ਗੁਰਦੁਆਰੇ ਆ ਕੇ ਵੀ ਗੱਲ ਚਲਾਣੀ ਹੈ? ਤੇ ਚਲਾਣੀ ਹੈ, ਚਲੋ ਬਾਹਰ ਜਾ ਕੇ ਚਲਾ ਲਓ। ਕਿੰਨਿਆਂ ਦਾ ਧਿਆਨ ਵੰਡਿਆ ਜਾਏਗਾ ਤੁਹਾਡੇ ਵੱਲ? ਪਰ ਨਾ ਅੱਜ ਕੋਈ ਕਹਿਣ ਵਾਲਾ ਤੇ ਨਾ ਕੋਈ ਸੁਣਨ ਵਾਲਾ। ਪਹਿਲੀ ਗੱਲ ਤੇ ਕਿਸੇ ਪ੍ਰਚਾਰਕ ਦੀ, ਰਾਗੀ ਸਿੰਘ ਦੀ, ਗ੍ਰੰਥੀ ਸਾਹਿਬਾਨ ਦੀ ਜ਼ਰੂਰਤ ਹੀ ਨਹੀਂ ਉਹ ਐਨੀ ਗੱਲ ਕਹਿ ਸਕਣ ਕਿ ਸਰਦਾਰ ਸਾਹਿਬ ਆਪਣਾ ਮੋਬਾਈਲ ਬਾਹਰ ਛੱਡ ਕੇ ਆਓ। ਕੋਰਟ ਹੀ ਜਾਣਗੇ, ਆਪੇ ਮੋਬਾਈਲ ਬਾਹਰ ਰੱਖ ਦੇਣਗੇ, ਸਾਇਲੈਂਟ ਤੇ ਕਰ ਦੇਣਗੇ, ਸਵਿਚ ਆਫ ਕਰ ਦੇਣਗੇ। ਤੇ ਹੋਰ ਕਿਸੇ ਸਰਕਾਰੀ ਦਰਬਾਰੇ, ਵੱਡੇ ਦਰਬਾਰ ਹੀ ਜਾਣਾ ਪਵੇ, ਪਾਰਲੀਮੈਂਟ ਹਾਊਸ ਜਾਣਾ ਪਵੇ, ਰਾਸ਼ਟਰਪਤੀ ਭਵਨ ਜਾਣਾ ਪਵੇ, PM ਹਾਊਸ ਜਾਣਾ ਪਵੇ, ਉਹ ਤੇ ਫੋਨ ਬਾਹਰ ਹੀ ਰਖਾ ਲੈਂਦੇ ਨੇ। ਉੱਥੇ ਤੇ ਕੋਈ ਨਹੀਂ ਕਹਿੰਦਾ ਵੀ ਸਾਨੂੰ ਫੋਨ ਦੀ ਅੰਦਰ ਲੋੜ ਹੈ, ਕੋਈ ਜ਼ਰੂਰੀ ਫੋਨ ਆ ਸਕਦਾ। ਉਹ ਕਹਿਣ ਲੱਗੇ ਠੀਕ ਹੈ, ਫਿਰ ਪਹਿਲੇ ਫੋਨ ਜ਼ਰੂਰੀ ਆ ਸਕਦਾ ਤੇ ਬਾਹਰ ਫੋਨ ਸੁਣ ਕੇ ਆਇਆ ਜੇ, ਅੰਦਰ ਫੋਨ ਅਲਾਉਡ ਨਹੀਂ ਹੈ। ਮੈਂ ਆਪਣੀ ਅੱਖੀਂ ਦੇਖਿਆ ਪਿਆਰੀ ਸਾਧ ਸੰਗਤ, ਕਿਸੇ ਕੰਮ ਕਚਹਿਰੀ ਜਾਣਾ ਪਿਆ ਮੈਨੂੰ, ਤੇ ਵਕੀਲ ਦਾ ਫੋਨ ਸਾਇਲੈਂਟ ਤੇ ਸੀ ਤੇ ਜੱਜ ਬੜਾ ਸਖਤ ਸੀ। ਉਹ ਸਾਇਲੈਂਟ ਤੇ ਫੋਨ ਤੇ ਬਜ਼ਰ ਦੀ ਆਵਾਜ਼ ਆ ਗਈ। ਜੱਜ ਨੇ ਕਿਹਾ ਕਿਹਦਾ ਫੋਨ ਹੈ? ਵਕੀਲ ਪਿੱਛੇ ਖੜਾ ਸੀ, ਉਸਨੇ ਕਿਹਾ ਜੀ ਮੇਰਾ ਫੋਨ ਹੈ। ਇਹਨੇ ਫੋਨ ਇੱਧਰ ਦੇ। ਫੋਨ ਕੋਰਟ ਹੀ ਜਮ੍ਹਾਂ ਕਰਾ ਲਿਆ। ਕਹਿੰਦਾ ਜੀ ਅੱਜ ਤੋਂ ਬਾਅਦ ਇਹ ਫੋਨ ਸ਼ਾਮੀ ਲੈਣਾ, ਕੋਰਟ ਟਾਈਮਿੰਗ ਤੋਂ ਬਾਅਦ, ਪਰ ਜੇ ਦੁਬਾਰਾ ਵੱਜਿਆ ਤੇ ਕੰਟੈਂਪਟ ਆਫ ਕੋਰਟ ਦਾ ਤੁਹਾਡੇ ਤੇ ਮੁਕੱਦਮਾ ਚੱਲੇਗਾ। ਵਕੀਲ ਨੂੰ ਇੱਕ ਜੱਜ ਨੇ ਕਹਿ ਦਿੱਤਾ। ਇਹ ਕੋਈ ਇੱਕ ਵੱਡੀ ਕੋਰਟ ਨਹੀਂ ਸੀ, ਸਧਾਰਨ ਸੈਸ਼ਨ ਕੋਰਟ ਸੀ। ਜੁਰਤ ਸੀ ਜੱਜ ਦੀ। ਪਰ ਇਹ ਜੁਰਤ ਕਿਆ ਗ੍ਰੰਥੀ ਸਾਹਿਬਾਨ ਕਰ ਸਕਦੇ ਨੇ, ਜਾਂ ਰਾਗੀ ਸਿੰਘ ਅਗਲੇ ਦਿਨ ਮੈਨੇਜਮੈਂਟ ਨੂੰ ਕੰਪਲੇਂਟ ਕਰਕੇ ਉਹਨਾਂ ਦੀ ਛੁੱਟੀ ਕਰਾ ਦਿੱਤੀ ਜਾਂਦੀ ਹੈ? ਕਿਉਂਕਿ ਉਹਨਾਂ ਨੂੰ ਅਸੀਂ ਆਪਣਾ ਨੌਕਰ ਸਮਝਿਆ ਨਾ, ਗੁਰੂ ਦਾ ਵਜ਼ੀਰ ਥੋੜ੍ਹੀ ਸਮਝਿਆ ਸੀ। ਸਾਨੂੰ ਹੰਕਾਰ ਹੈ, ਕਿਸੇ ਭੇਟਾ ਗੁਰਦੁਆਰੇ ਦੇਣੇ, ਉੱਥੋਂ ਇਹਨਾਂ ਦੀ ਤਨਖਾਹ ਚੱਲਦੀ ਹੈ ਤੇ ਮੈਨੇਜਮੈਂਟ ਵੀ ਸੰਗਤ ਦੀ ਸੁਣਦੀ ਹੈ। ਕਿਉਂ? ਉਹਨੂੰ ਪਤਾ ਹੈ ਰਿਸ਼ਤੇਦਾਰੀਆਂ ਸੰਗਤ ਨਾਲ ਨੇ, ਭਾਈਚਾਰੇ ਸੰਗਤ ਨਾਲ ਨੇ। ਗ੍ਰੰਥੀ ਦਾ ਕੀ ਹੈ? ਇਹਨੂੰ ਚੁੱਕਿਆ ਦੂਜੇ ਨੂੰ ਲਗਾ ਦਿੱਤਾ। ਰਾਗੀ ਸਿੰਘਾਂ ਦਾ ਕੀ ਹੈ? ਇੱਕ ਜੱਥਾ ਹਟਾਇਆ ਦੂਜਾ ਆ ਗਿਆ। ਕਥਾਵਾਚਕ ਦਾ ਕੀ ਹੈ? ਆ ਜਾਏ ਨਹੀਂ ਤਾਂ ਕੋਈ ਦੂਜਾ ਆ ਜਾਏਗਾ। ਅਸੀਂ ਕੋਈ ਗੁਰੂ ਦੇ ਵਜ਼ੀਰ ਤਾਂ ਨਹੀਂ ਮੰਨਦੇ ਸੀ ਉਹਨਾਂ ਨੂੰ। ਜਦ ਗੁਰੂ ਨੂੰ ਹੀ, ਗੁਰੂ ਦੀ ਗੱਲ ਸੁਣ ਕੇ ਅਸੀਂ ਰਾਜੀ ਕਿੱਥੇ ਹਾਂ? ਫਿਰ ਅਸੀਂ ਸਨਮੁਖ ਕਿਵੇਂ ਹੋਏ? ਜਿੱਥੇ ਅਸੂਲ ਤੇ ਹੈ ਕਿ ਜਿੱਥੇ ਜੋੜੇ ਲਾਏ ਉੱਥੇ ਸੰਸਾਰ ਖਤਮ। ਉਸ ਤੋਂ ਬਾਅਦ ਕਰਤਾਰ ਦੀ ਦੁਨੀਆ ਸ਼ੁਰੂ ਹੋ ਜਾਂਦੀ ਹੈ। ਅਬ ਹਮ ਚਲੀ ਠਾकुर पै हार, जब हम शरण प्रभु की आई, राख प्रभु पावे मार, कोई भला कहो पावे बुरा कहो, हम तन दियो है ढार। ਸਰੈਂਡਰ ਕਰਦੇ ਆਪਣੇ ਆਪ, ਪਰ ਇਹ ਸਰੈਂਡਰ ਦਿਖਾਵੇ ਦਾ ਨਹੀਂ। ਮੱਥਾ ਤੇ ਟੇਕਿਆ। एक शायर ने बहुत खूब किया है, मैं बड़ी बार ये रिपीट किया है। मैं अदा कर रहा था नमाज़ वफ़ा, दफ्तन मेरे कानों में आई सदा, ये सर तो रोज़ ही झुकता है बंदे, कभी दिल भी झुके बंदगी के लिए। काश तेरा दिल झुक जाए, फिर फ़ोन नहीं बजणगे, फिर मित्र नज़र नहीं आएंगे, फिर केवल गुरु नज़र आएगा तो गुरु की गल सुनाई देगी। वो भावें कीर्तन द्वारा सुनाई जा रही है, कथा द्वारा सुनाई जा रही है, अरदास द्वारा सुनाई जा रही है, हुक्मनामे द्वारा सुनाई जा रही है। ਇੱਥੇ ਤੇ ਹਾਲਤ ਇਹ ਵੇ ਸਾਡੀ ਕਿ ਗੁਰਦੁਆਰੇ ਜਾਂਦੇ ਹਾਂ। ਮੈਂ ਮੰਨ ਸਕਣਾ ਮਜਬੂਰੀਆਂ ਵੀ ਹੁੰਦੀਆਂ, ਕਈ ਵਾਰੀ ਘਰ ਦੇ ਰੁਝੇਵੇਂ, ਵਪਾਰ ਦੇ ਰੁਝੇਵੇਂ ਹੁੰਦੇ ਨੇ, ਪਰ ਜਿੱਥੇ 1 ਘੰਟਾ ਬੈਠੇ 10 ਮਿੰਟ ਹੋਰ ਕੀ ਫਰਕ ਪੈਂਦਾ? ਆਸਾ ਦੀ ਵਾਰ ਦੀ ਅਖੀਰਲੀ ਪੰਕਤੀ ਪੜ੍ਹਦੇ ਨੇ ਭਾਈ ਸਾਹਿਬ, ਹਰ ਜੁਗ ਜੁਗ ਭਗਤ ਉਪਾਇਆ, ਨਾਲ ਹੀ ਸੰਗਤ ਉੱਠ ਪੈਂਦੀ। ਬਾਹਰ ਭਾਵੇਂ ਪਕੌੜੇ ਖਾਂਦੇ ਆ, ਚਾਹ ਪੀਂਦੇ ਆ, ਅੱਧਾ ਘੰਟਾ ਹੋਰ ਲੱਗ ਜਾਏ, ਕਿਉਂਕਿ ਉੱਥੇ ਗੱਪਾਂ ਚਲਾਉਣੀਆਂ ਨੇ। ਅੰਦਰ ਹੁਣ ਹੁਕਮਨਾਮਾ ਹੋਣਾ, ਹੁਣ ਅਰਦਾਸ ਹੋਣੀ ਹੈ, ਤੁਹਾਡੇ ਲਈ ਦਿਨ ਦਾ ਉਪਦੇਸ਼ ਆਉਣਾ ਹੈ, ਉਹਦੇ ਵੱਲ ਧਿਆਨ ਹੀ ਨਹੀਂ।
ਉੱਠ ਕੇ ਬਾਹਰ ਭਾਵੇਂ ਪਕੌੜੇ ਖਾਂਦੇ ਆ, 1 ਘੰਟਾ ਲੱਗ, ਮਾਫੀ ਦੇਣਾ, ਇਹ ਅੱਜ ਦੀ ਹਕੀਕਤ ਹੈ, ਅੱਖੀਂ ਦੇਖਿਆ ਹਾਲ ਤੁਹਾਨੂੰ ਸੁਣਾ ਰਿਹਾ ਮੈਂ। ਫਿਰ ਸਨਮੁਖ ਕਿਵੇਂ ਹੋਏ? ਗੁਰਦੇਵ ਕਹਿੰਦੇ ਨੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰੂ ਨਾਲੇ। ਜੀ ਕਰਕੇ, ਮਨ ਆਤਮਾ ਕਰਕੇ ਗੁਰੂ ਦੇ ਨਾਲ ਰਹਿਣਾ, ਮਤਲਬ ਸਰੀਰ ਗੁਰੂ ਨਹੀਂ, ਸ਼ਬਦ ਗੁਰੂ ਨਾਲ ਰਹਿਣਾ। ਹਰ ਵੇਲੇ ਸ਼ਬਦ ਅੰਦਰ ਵਸਿਆ ਰਹੇ, ਨਾਮ ਵਸਿਆ ਰਹੇ, ਗੁਰੂ ਦੀ ਗੱਲ ਵੱਲ ਧਿਆਨ ਹੋਵੇ। ਕੀ ਕੀਰਤਨ ਹੋ ਰਿਹਾ, ਕੀ ਕਥਾ ਹੋ ਰਹੀ ਹੈ, ਕੀ ਉਪਦੇਸ਼ ਹੈ ਅੱਜ ਦਾ, ਕੀ ਅੱਜ ਦਾ ਹੁਕਮਨਾਮਾ ਹੈ। ਭਾਈ ਸਾਹਿਬ ਅਰਦਾਸ ਕਰ ਰਹੇ ਨੇ, ਜੁੜੇ ਬੰਦਾ ਮਨ ਕਰਕੇ, ਬਿਰਤੀ ਕਰਕੇ, ਇਕਾਗਰ ਹੋ ਕੇ ਇਹ ਕੀ ਅਰਦਾਸ ਹੋਵੇਗੀ। ਭਾਈ ਸਾਹਿਬ ਕਹਿੰਦੇ, ਜਿਨ੍ਹਾਂ ਨੇ ਆਰਿਆਂ ਨਾਲ ਤਨ ਚਿਰਾਏ, ਕਦੀ ਅਨੁਭਵ ਵਿੱਚ ਆਇਆ ਤਨ ਚਿਰਿਆ ਕਿਵੇਂ ਜਾਂਦਾ ਹੈ? ਜਰਾ ਜੀ ਉਂਗਲ ਤੇ ਸੱਟ ਲੱਗੇ ਤੇ ਚੀਕਾਂ ਵੱਜਦੀਆਂ। ਪਿਆਰੀ ਸਾਧ ਸੰਗਤ, ਆਪਣੇ ਬੱਚੇ ਨੂੰ ਸੱਟ ਲੱਗ ਜਾਏ ਤੇ ਅੰਦਰੋਂ ਸੱਟ ਬੱਚੇ ਨੂੰ ਲੱਗੀ ਹੁੰਦੀ, ਜਿਗਰ ਆਪਣਾ ਫੁੱਟਦਾ ਹੈ। ਪਰ ਜਿਨ੍ਹਾਂ ਮਹਾਂਪੁਰਸ਼ਾਂ ਨੇ ਸਾਡੀਆਂ ਸਰਦਾਰੀਆਂ ਲਈ, ਕੌਮ ਦੇਸ਼ ਧਰਮ ਦੀ ਰੱਖਿਆ ਲਈ ਕੁਰਬਾਨੀਆਂ ਦਿੱਤੀਆਂ, ਅਸੀਂ ਤੇ ਅਰਦਾਸ ਵਿੱਚ ਜਦੋਂ ਦਾ ਜ਼ਿਕਰ ਆਉਂਦਾ, ਕਿੱਥੇ ਧਿਆਨ ਹੁੰਦਾ ਸਾਡਾ? ਕਿੱਥੇ ਧਿਆਨ ਹੁੰਦਾ? ਅੱਜ ਦਿਲਾਂ ਵਿੱਚ ਝਾਤੀ ਮਾਰ ਕੇ ਦੇਖਣਾ ਕਿ ਵੱਡੇ ਘੱਲੂਘਾਰੇ ਬਾਰੇ ਕਿਹਨੂੰ ਕਿਹਨੂੰ ਪਤਾ ਹੈ। ਪੁੱਛਣਾ ਜ਼ਰਾ ਆਪਣੇ ਸਾਥੀਆਂ ਨੂੰ। 30,000 ਦੇ ਕਰੀਬ ਸਿੰਘ ਸ਼ਹੀਦ ਹੋਏ ਇੱਕੋ ਦਿਨ ਵਿੱਚ। ਵੱਡਾ ਘੱਲੂਘਾਰਾ। 30,000। ਸਾਨੂੰ ਦਿਨ ਹੀ ਯਾਦ ਨਹੀਂ ਹੈ, ਭੁੱਲ ਹੀ ਗਏ ਅਸੀਂ। ਕਿੱਥੇ ਸਾਨੂੰ ਇਤਿਹਾਸ ਪਤਾ ਆਪਣਾ? ਉਹ ਜਿਹੜੀਆਂ ਕੌਮਾਂ ਇਤਿਹਾਸ ਨਾਲ ਟੁੱਟ ਜਾਂਦੀਆਂ, ਪਿਆਰੀ ਸਾਧ ਸੰਗਤ, ਉਹ ਫਿਰ ਲੰਬਾ ਚਿਰ ਨਹੀਂ ਚੱਲਦੀਆਂ। ਖੈਰ, ਰਹੀਏ ਬਾਣੀ ਦੇ ਵਿਚਾਰ ਵਿੱਚ। ਹੋਵੇ ਤਾਂ ਸਨਮੁਖ ਸਿੱਖ ਕੋਈ, ਜਿਉ ਰਹੇ ਗੁਰੂ ਨਾਲੇ। ਮਨ ਕਰਕੇ ਜਿਹੜਾ ਗੁਰੂ ਨਾਲ ਜੁੜਿਆ ਰਹੇ। ਗੁਰ ਕੇ ਚਰਨ ਹਿਰਦੇ ਧਿਆਏ। ਚਰਨ ਕੀ ਨੇ? ਗੁਰੂ ਦੇ ਨਾਮ ਰੂਪੀ ਚਰਨ। ਇੱਥੇ ਗੁਰੂ ਦੇ ਨਾਮ ਨੂੰ ਹਿਰਦੇ ਧਿਆਨਾ, ਹਰ ਵੇਲੇ ਚਿਤ ਰਵੇ। ਚਿਤ ਯਾਰ ਵੱਲ, ਹੱਥ ਕਾਰ ਵੱਲ। ਹਾਥ ਪਾਉ ਕਰ ਕਾਮ ਸਭ, ਚੀਤ ਨਿਰੰਜਨ ਨਾਲ। ਅਸੀਂ ਸਾਰੇ ਕੰਮ ਕਰਦੇ ਹਾਂ, ਸਾਸ ਲੈਣੇ ਤਾਂ ਨਹੀਂ ਭੁੱਲਦੇ। ਪਿਆਸ ਲੱਗੀ ਹੁੰਦੀ ਏ, ਪਾਣੀ ਪੀਣਾ ਤਾਂ ਨਹੀਂ ਭੁੱਲਦੇ। ਤੇ ਫਿਰ ਰੱਬ ਕਿਉਂ ਭੁੱਲ ਜਾਏਗਾ ਜੀ? ਪਰਿਵਾਰ ਤਾਂ ਨਹੀਂ ਭੁੱਲਦਾ, ਬੱਚੇ ਤਾਂ ਨਹੀਂ ਭੁੱਲਦੇ, ਫਿਰ ਰੱਬ ਕਿਉਂ ਭੁੱਲੇ? ਸੋ ਕਿਉਂ ਬਿਸਰੇ ਮੇਰੀ ਮਾਏ। ਗੁਰ ਕੇ ਚਰਨ ਹਿਰਦੇ ਧਿਆਏ, ਅੰਤਰ ਆਤਮੇ ਸੰਭਾਲੇ। ਆਪਣੇ ਅੰਦਰ ਆਤਮਾ ਵਿੱਚ ਉਹਦੀ ਸੰਭਾਲ ਕਰ। ਆਪ ਛੱਡ ਰਹੇ ਸਦਾ ਰਹੇ ਪਰਨੇ, ਆਪਣਾ ਆਪਾ ਭਾਵ ਗਵਾ ਕੇ। ਬਾਣੀ ਸ਼ਬਦ ਆਉਂਦਾ ਨਾ, ਸ਼ਬਦ ਹਜ਼ਾਰਿਆਂ ਵਿੱਚ। ਜਾਏ ਪੁੱਛੋ ਸੁਹਾਗਣੀ। ਉਹਨੇ ਸੁਹਾਗਣਾ ਕੌਣ ਨੇ? ਉਹ ਜੋ ਸਨਮੁਖ ਹੋਏ ਨੇ, ਉਹ ਸੁਹਾਗਣਾ ਨੇ, ਜਿਨ੍ਹਾਂ ਨੇ ਆਪਣੇ ਆਪ ਨੂੰ ਪਤੀ ਦੇ ਹਵਾਲੇ ਕਰਤਾ, ਪਰਮੇਸ਼ਰ ਦੇ ਹਵਾਲੇ ਕਰ ਦਿੱਤਾ। ਏਕਾ ਪੁਰਖ ਸਬਾਈ ਨਾਰ। ਅਸੀਂ ਜੀਵ ਰੂਪੀ ਸਾਰੇ ਇਸਤਰੀਆਂ ਹਾਂ, ਤੇ ਸਾਡਾ ਪਿਤਾ ਪਤੀ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਇਸ ਨੂੰ ਬਾਣੀ 'ਚ ਕਿਹਾ ਹੈ, ਏਕਾ ਪੁਰਖ ਹੋਰ ਸਬਾਈ ਨਾਰ। ਆਪਣਾ ਆਪਾ ਤਿਆਗ ਕੇ। ਜਾਏ ਪੁੱਛੋ ਸੁਹਾਗਣੀ, ਵਾਹੇ ਕਿਨੀ ਬਾਤੀ ਸੋ ਪਾਈਏ। ਉਹ ਸਨਮੁਖ ਸਿੱਖਾਂ ਨੂੰ ਪੁੱਛੋ, ਉਹ ਸੁਹਾਗਣਾ ਨੇ ਗੁਰੂ ਦੀਆਂ, ਉਹਨਾਂ ਨੂੰ ਪੁੱਛੋ ਭਈ ਤੁਸੀਂ ਕਿਵੇਂ ਪਾਇਆ? ਅੱਗੋਂ ਜਵਾਬ ਮਿਲਦਾ ਸ਼ਬਦ ਰਾਹੀਂ, ਜੋ ਕਿਛ ਕਰੇ ਸੋ ਭਲਾ ਕਰਮਾਨੀ। ਜੋ ਵੀ ਉਹ ਕਰਦਾ ਕਰਾਂਦਾ, ਸਤ ਵਚਨ ਤੇਰਾ ਕੀਆ ਮਿੱਠਾ ਲਾਗੇ। ਜੋ ਤੁਧ ਭਾਵੈ ਸਾਈ ਭਲੀ ਕਾਰ। ਜੋ ਤੈਨੂੰ ਚੰਗਾ ਲੱਗੇ ਵਾਹਿਗੁਰੂ। ਜੋ ਕਿਛ ਕਰੇ ਸੋ ਭਲਾ ਕਰ ਮਾਨੀਏ। ਹਿਕਮਤ ਹੁਕਮ ਚੁਕਾਈਏ। ਨਾ ਆਪਣੀਆਂ ਮਰਜ਼ੀਆਂ ਕਰੀਏ ਤੇ ਨਾ ਚਲਾਕੀਆਂ ਕਰੀਏ। ਹਿਕਮਤ ਕਹਿੰਦੇ ਨੇ ਚਲਾਕੀਆਂ ਨੂੰ, ਹੁਕਮ ਭਾਵ ਆਪਣੀ ਮਰਜ਼ੀ ਚਲਾਣਾ। ਹਿਕਮਤ ਹੁਕਮ ਚੁਕਾਈਏ, ਜਾ ਕੇ ਪ੍ਰੇਮ ਪਦਾਰਥ ਪਾਈਏ।
ਤਉ ਚਰਨੀ ਚਿਤ ਲਾਈਏ। ਜਿਹਦੇ ਬਖਸ਼ਿਸ਼ ਸਦਕਾ ਇਹ ਜੀਵਨ ਮਿਲਿਆ, ਜਿਉ ਪਾਏ ਪਿੰਡ ਜਿਨ ਸਾਜਿਆ, ਦਿੱਤਾ ਪਹਿਨਨ ਖਾਨ। ਉਹ ਪਰਮੇਸ਼ਰ ਕਿਵੇਂ ਭੁੱਲ ਜਾਏ। ਜਾ ਕੇ ਪ੍ਰੇਮ ਪਦਾਰਥ ਪਾਈਏ। ਪ੍ਰੇਮ ਵੀ ਮਿਲਦਾ ਤੇ ਪਦਾਰਥ ਵੀ ਮਿਲਦਾ। ਉਹਦੇ ਨਾਲ ਪ੍ਰੇਮ ਪਾਇਆ ਸਭ ਕੁਝ ਮਿਲਦਾ, ਸੰਸਾਰ ਦੀ ਹਰ ਦੌਲਤ ਮਿਲਦੀ ਹੈ। ਪਾਤਸ਼ਾਹ ਕਹਿੰਦੇ ਨੇ, ਜਾ ਕੇ ਪ੍ਰੇਮ ਪਦਾਰਥ ਪਾਈਏ, ਤਉ ਚਰਨੀ ਚਿਤ ਲਾਈਏ। ਉਹਦੇ ਨਾਮ ਰੂਪੀ ਚਰਨਾਂ ਨਾਲ ਚਿਤ ਜੋੜੋ। ਸੋ ਕਹੇ ਸੋ ਕੀਜੈ, ਤਨ ਮਨੋ ਦੀਜੈ। ਜੋ ਕਹਿੰਦਾ ਹੈ ਉਹ ਕਰੋ, ਜੋ ਬਾਣੀ ਕਹਿ ਰਹੀ ਹੈ ਉਹਨੂੰ ਕਮਾਓ, ਉਸਦੇ ਸ਼ਬਦ ਨੂੰ ਕਮਾਣਾ, ਉਸਦੇ ਅਨੁਰੂਪ ਜੀਵਨ ਚਲਾਣਾ। ਪਾਤਸ਼ਾਹ ਕਹਿੰਦੇ ਨਿੰਦਾ ਦੁਸ਼ਮਣ ਦੀ ਵੀ ਮਾੜੀ ਹੈ, ਲੇਕਿਨ ਅਸੀਂ ਨਿੰਦਾ ਸਵਾਦ ਲੈ ਲੈ ਕੇ ਕਰਨੇ। ਮੈਂ ਅੱਗੇ ਵੀ ਕਿਹਾ ਸੀ, ਮੈਂ ਦੁਨੀਆ ਭਰ ਵਿੱਚ ਵਿਚਰਿਆ, ਬੱਚਿਆਂ ਨਾਲ ਵਿਚਰਿਆ, ਬੱਚਿਆਂ ਦੇ ਕੈਂਪਸ ਕੀਤੇ ਨੇ। ਬੱਚਿਆਂ ਦੀ ਕੋਈ ਸ਼ਿਕਾਇਤ ਹੈ, ਅਵਰ ਪੇਰੈਂਟਸ ਆਰ ਜਜਮੈਂਟਲ। ਦੂਜੇ ਦੀਆਂ ਗੱਲਾਂ ਬਹੁਤ ਕਰਦੇ ਨੇ, ਦੂਜੇ ਨੂੰ ਜੱਜ ਕਰਦੇ ਨੇ, ਦੂਜੇ ਦੀ ਐਕਟੀਵਿਟੀਜ਼ ਨੂੰ ਜੱਜ ਕਰਦੇ ਨੇ। ਹੂ ਯੂ ਆਰ ਟੂ ਜੱਜ ਅਦਰਸ। ਬਾਣੀ ਤੇ ਕੀ ਕਹਿ ਰਹੀ ਹੈ? ਬਾਬਾ ਫਰੀਦ ਜੀ ਕੀ ਕਹਿੰਦੇ ਨੇ? ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਬਾਨ ਮੇ ਸਿਰ ਨੀਵਾ ਕਰ ਵੇਖ। ਕਾਲੇ ਲੇਖ ਹੀ ਨੇ ਦੂਜੇ ਦੀ ਨਿੰਦਾ ਕਰਨੀ। ਕਹਿੰਦੇ ਨਹੀਂ ਤੂੰ ਆਪਣੀਆਂ ਕਮੀਆਂ ਲੱਭ। ਸਾਂਝ ਕੀਜੇ ਗੁਨਾਹ ਕੇਰੀ। ਗੁਨਾਹ ਦੀ ਕਿਸੇ 'ਚ ਗੁਣ ਹੈ, ਗੁਨਾਹ ਕਾ ਹੋਵੇ ਵਾਸਲਾ, ਕਢਵਾਸ ਲਈ ਜੇ। ਸਾਂਝ ਕੀਜੇ ਗੁਨਾਹ ਕੇਰੀ। ਗੁਨਾਹ ਦੀ ਸਾਂਝ ਕਰੋ, ਅਵਗੁਣ ਨਾ ਚਿਤਾਰੋ। ਅਵਗੁਣ ਆਪਣੇ, ਗੁਣ ਦੂਜੇ ਦੇ। ਪਾਤਸ਼ਾਹ ਕਿਰਪਾ ਕਰਦੇ ਹਨ। ਸੋ ਕਹੇ ਸੋ ਕੀਜੇ, ਤਨ ਮਨੋ ਦੀਜੇ, ਐਸਾ ਪਰਮਲ ਲਾਈਏ। ਉਹ ਖੁਸ਼ਬੂ ਲਗਾ ਕਿ ਪ੍ਰਭੂ ਪ੍ਰੇਮ ਦੀ ਖੁਸ਼ਬੂ, ਪ੍ਰਭੂ ਦੇ ਹੁਕਮ ਨੂੰ ਮੰਨਣ ਦੀ ਖੁਸ਼ਬੂ। ਏਵ ਕਹੇ ਸੁਹਾਗਨੀ ਪਹਿਨੇ, ਇਨੀ ਬਾਤੀ ਸੋ ਪਾਈਏ। ਇਸ ਤਰ੍ਹਾਂ ਪਰਮਾਤਮਾ ਮਿਲਦਾ ਹੈ। ਆਪ ਗਵਾਈਏ ਤਾਂ ਸੋ ਪਾਈਏ। और कैसी चतुराई। अपना आपा भाव, अपनी मैं मेरी त्याग के प्रभु प्राप्त होता है। प्यारी साध संगत, जब हम होते तब तू नहीं, अब तू ही मैं नहीं। मैं मेरी त्यागी, प्रभु प्रगट। यही फासला है। मैं हाँ, मेरी है, बस ए त्याग दो। सब तू ही तू, तू ही तू ही, सब तेरा 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 तेरा। तेरा तेरा कर दे, तेरा ही हो जाएगा। प्यारी साथ से एक बारी जुड़ो तो सही। तेरा तेरा ही कहना कल तो शुरू कर दे। तेरा 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 तेरा, वो तेरा ही हो जाएगा। साखी हम बहुत सुनते हैं, कभी जीवन च अपनाइए प्यारी साध संगत। पातशाह किरपा कर देन। आप छड़ सदा रहे परने, परने भाव अपना आपा भाव त्याग के उस दे आसरे, उस दी टेक। मैं धर तेरी पार ब्रह्म, तेरे तान रहा। मेरा होर कोई आसरा नहीं, एक तेरी तान है, तेरी ओट, तेरे आसरे। हम अज्ञान अलप मोत थोरी, तुम आपन बिरद रखाओ। तो अपने बिरद च रख सन जिवें तैनूं चंगा लगे। पातशाह किरपा कर देन। आप छड़ सदा रहे परने, गुर बिन अवर ना जाने कोई। तो होर हुण किसे नाल कुछ लैन देन ही नहीं। संसार विच विचरदे हैं। मैं अगे भी बेनती की सी, कोई इस गल का मतलब नहीं कि संसार छोड़ देना है, पर संसार विच विचरदियां ओट आसरा ते प्रीत उस प्रभु के चरणों नाल जुड़ी रहे। एक दे होके रहिए। एक ते आस, एक ते विश्वास, ते एक अगे अरदास। एक तू तो सब कुछ है। तो बाबा फरीद जी तो कहते ने, फरीदा जे तू मेरा होए रहे, सब जग तेरा हो। एक बार वो मगर ला के देखो तो सही। बानी विच गुरुदेव से रोज़ सुखासन कर जाने। ठीक है, गुरुद्वारे जाने सुखासन होंदा है। आम गुरुद्वारे शब्द पढ़िया जाता है, जिथे जाए बहे मेरा सतगुरु, सो थान सुहावा राम राजे। उत्थे एक पंक्ति पढ़ने,
ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਜਿਨ੍ਹਾਂ ਨੇ ਆਪਣੇ ਸਤਿਗੁਰ ਨੂੰ ਮਨਾ ਲਿਆ, ਉਹਦੀ ਪੂਜਾ 'ਚ ਲੱਗ ਗਏ, ਫਿਰ ਗੁਰੂ ਨੇ ਸੰਸਾਰ ਤੋਂ ਉਹਦੀ ਪੂਜਾ ਕਰਾਈ, ਫਿਰ ਸੰਸਾਰ ਤੋਂ ਉਹਦੀ ਪੂਜਾ ਕਰਾਈ। ਗੁਰਦੇਵ ਕਿਰਪਾ ਕਰਦੇ ਹਨ, ਆਪ ਛੱਡ ਸਦਾ ਰਹੇ ਪਰਨੇ, ਗੁਰ ਬਿਨ ਅਵਰ ਨਾ ਜਾਣੇ ਕੋਈ, ਕਹੇ ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਹੋਏ। ਇਹ ਦੁਹਰਾ ਕੇ ਸਮਝਾ ਦਿੱਤਾ ਗੁਰਦੇਵ ਨੇ ਕਿ ਜਿਹੜੇ ਆਪਣਾ ਆਪਾ ਭਾਵ ਤਿਆਗ ਕੇ ਗੁਰੂ ਦੀ ਟੇਕ, ਗੁਰੂ ਦੇ ਆਸਰੇ ਰਹਿ ਕੇ ਗੁਰੂ ਉਪਦੇਸ਼ ਦੀ ਕਮਾਈ ਕਰਦੇ ਹਨ, ਉਹ ਸਨਮੁਖ ਹਨ। ਕਹੇ ਨਾਨਕ ਸੁਨੋ ਸੰਤੋ ਸੋ ਸਿੱਖ ਸਨਮੁਖ ਹੋਏ। ਤੇ ਹੁਣ ਮਨਮੁਖ ਕਿਹੜੇ ਨੇ? ਅਗਲੀ ਪੌੜੀ 'ਚ ਉਹਦਾ ਜ਼ਿਕਰ ਆਉਂਦਾ ਹੈ, ਜਿਹੜੇ ਬੇਮੁਖ ਹੋ ਗਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਇੱਥੇ ਗੁਰਦੇਵ ਨੇ ਸਮਝਾ ਦਿੱਤਾ ਕਿ ਜੇ ਤੂੰ ਸਨਮੁਖ ਨਹੀਂ ਹੁੰਦਾ, ਤੂੰ ਤਾਂ ਉਲਟ ਕੀ ਬੇਮੁਖ ਹੋ ਰਿਹਾ ਨਾ, ਗੁਰੂ ਦੀ ਨਹੀਂ ਮੰਨ ਰਿਹਾ, ਆਪਣੀਆਂ ਮਰਜ਼ੀਆਂ ਚਲਾਣੇ, ਚਲਾ ਲੈ ਫਿਰ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਫਿਰ ਮੁਕਤੀ ਦੀ ਆਸ ਛੱਡ ਦੇ। ਜਨਮ ਮਰਨ ਦੇ ਗੇੜ ਤੋਂ, 84 ਦੇ ਗੇੜ ਤੋਂ ਬਾਹਰ ਨਹੀਂ ਆ ਸਕਦਾ। ਫਿਰ ਉਹ 84 ਦਾ ਗੇੜ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇ ਸਿੰਜਰੀਆ। ਲੱਖਾਂ ਜੂਨਾਂ ਤੋਂ ਬਾਅਦ ਇਹ ਮਨੁੱਖ ਸਰੀਰ ਮਿਲਿਆ ਤੇ ਜਾਈ ਚਲਾ ਗਿਆ, ਫਿਰ ਉਹ ਗੇੜ ਚੱਲ ਗਿਆ। ਮੁਕਤੀ ਕਿੱਥੇ? ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਅਖੀਰ ਸਤਿਗੁਰ ਦੇ ਚਰਨੀ ਆਣਾ ਪਏਗਾ, ਮੁਕਤੀ ਨਹੀਂ ਹੋ ਸਕਦੀ। ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਜਾਓ ਪੁੱਛ ਲਓ ਉਹ ਗਿਆਨਮਿਆਨ ਮਹਾਂਪੁਰਸ਼ਾਂ ਨੂੰ, ਵੀ ਹੋਰ ਕੋਈ ਰਸਤਾ ਹੈ ਮੁਕਤੀ ਦਾ? ਪਾਤਸ਼ਾਹ ਕਹਿੰਦੇ ਨਹੀਂ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਵਿਵੇਕੀਆਂ ਜਾਏ। ਜਾ ਕੇ ਪੁੱਛ ਲਓ ਵਿਦਵਾਨਾਂ ਨੂੰ। ਅਨੇਕ ਜੂਨੀ ਭਰਮ ਆਵੇ, ਅਨੇਕਾਂ ਜੂਨਾਂ ਵਿੱਚ ਭਟਕ ਭਟਕ ਕੇ, ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਪਾਵੇ ਮੁਕਤ ਨਾ ਹੋਰ ਥੇ ਕੁਛ ਕੋਈ, ਪੁੱਛੋ ਵਿਵੇਕਿਆ ਜਾਏ। ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਬਿਨਾਂ ਸਤਿਗੁਰ ਦੇ ਮੁਕਤੀ ਨਹੀਂ, ਜਿੰਨੇ ਜਨਮ ਮਰਜੀ ਭਟਕ ਲੈ। ਫਿਰ ਕੀ ਕਹਿੰਦੇ ਨੇ ਮੇਰੇ ਪਾਤਸ਼ਾਹ ਅੱਗੇ? ਕਹਿੰਦੇ ਨੇ ਅਨੇਕ ਜੂਨੀ ਭਰਮ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਫਿਰ ਮੁਕਤ ਪਾਏ ਲਾਗ ਚਰਨੀ, ਅਖੀਰ ਫਿਰ ਗੁਰੂ ਦੀ ਸ਼ਰਨ 'ਚ ਹੀ ਆਉਣਾ ਪਏਗਾ। ਆ ਜਾਣਾ ਜੇ, ਇਟਸ ਅਪ ਟੂ ਯੂ। 84 ਲੱਖ ਦਾ ਗੇੜ ਫਿਰ ਭੁਗਤਾ ਕੇ ਦੁਬਾਰਾ ਆਉਣਾ ਜੇ। ਫਿਰ ਗੁਰੂ ਨੂੰ ਕੋਈ ਕਾਲ ਨਹੀਂ। ਉਹ ਕਹਿੰਦਾ, ਗੁਰੂ ਕਹਿੰਦਾ ਕੋਈ ਜਲਦੀ ਨਹੀਂ, ਟੇਕ ਯੂਰ ਟਾਈਮ, ਟੇਕ ਯੂਰ ਟਾਈਮ, ਇਟਸ ਅਪ ਟੂ ਯੂ। ਹੁਣ ਗੁਰੂ ਨਾਲ ਜੁੜਨਾ ਹੈ ਕਿ ਭਟਕ ਭਟਕ ਕੇ? ਸਿਆਣਾ ਤੇ ਹੁੰਦਾ ਜਿਹੜਾ ਇਸ਼ਾਰਾ ਸਮਝ ਆਏ, ਤੇ ਨਹੀਂ ਫਿਰ ਭਟਕਣ ਲੱਗਾ ਰਹੋ ਭਾਈ। ਕਿੰਨੀ ਦੇਰ ਬਾਂਹ ਛੁਡਾ ਕੇ ਦੌੜੇਂਗੇ? ਅਖੀਰ ਤੇ ਸ਼ਰਨ ਆਉਣਾ ਹੀ ਪੈਣਾ। ਇਹ ਸਮਾਂ ਹੈ, ਇਹ ਤੇਰਾ ਅਵਸਰ, ਇਹ ਤੇਰੀ ਬਾਰ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ। ਫਿਰ ਜਦੋਂ ਫਿਰ ਲੱਗੇਗਾ ਨਾ ਚਰਨ ਆ ਕੇ, ਰਸਤਾ ਹੀ ਹੋਈ ਹੈ ਗੁਰੂ ਦੀ ਚਰਨ ਭਾਵ, ਗੁਰੂ ਦੇ ਨਾਮ ਰੂਪੀ ਚਰਨ ਪਕੜਨੇ ਪੈਣਗੇ, ਗੁਰੂ ਉਪਦੇਸ਼ ਦੇ ਚਰਨ ਪਕੜਨੇ ਪੈਣਗੇ। ਉੱਥੇ ਫਿਰ ਕੀ ਹੋਏਗਾ? ਫਿਰ ਮੁਕਤ ਪਾਏ ਲਾਗ ਚਰਨੀ, ਫਿਰ ਮੁਕਤੀ ਮਿਲੇਗੀ ਗੁਰੂ ਚਰਨਾਂ ਨਾਲ ਜੁੜ ਕੇ, ਗੁਰੂ ਉਪਦੇਸ਼ ਨਾਲ ਜੁੜ ਕੇ। ਸਤਿਗੁਰ ਸ਼ਬਦ ਸੁਣਾਏ, ਉਹ ਸ਼ਬਦ, ਉਹ ਨਾਮ, ਉਹ ਗਿਆਨ ਜੋ ਗੁਰੂ ਦਿੰਦਾ ਹੈ, ਉਸ ਨਾਲ ਜੁੜ ਕੇ ਉਹ ਗੁਰੂ ਕਿਰਪਾ ਕਰੇਗਾ, ਤੈਨੂੰ ਸ਼ਬਦ ਸੁਣਾਏਗਾ, ਉਪਦੇਸ਼ ਦੇਗਾ, ਨਾਮ ਦੇਗਾ। ਕਹੇ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਕਹਿੰਦੇ ਚੰਗੀ ਤਰ੍ਹਾਂ ਵਿਚਾਰ ਲਓ। ਸਾਨੂੰ ਖੁੱਲੀ ਛੂਟ ਦੇ ਰਹੇ ਨੇ ਗੁਰਦੇਵ। ਕਹਿੰਦੇ ਵੀ ਚੰਗੀ ਤਰ੍ਹਾਂ ਵਿਚਾਰ ਲੈ, ਤੈਨੂੰ ਕਿਤੇ ਕਿਸ ਕੰਮ ਵਿੱਚ ਤੈਨੂੰ ਠੀਕ ਲੱਗਦਾ ਹੈ। ਭਟਕ ਭਟਕ ਕੇ ਆਣਾ ਹੀ ਕਿ ਹੁਣੇ? ਸਿਆਣਾ ਤੇ ਇਹ ਵੇ ਕਿ ਵੇਲੇ ਤੇ ਸੰਭਾਲ ਲਈਏ, ਨਹੀਂ ਤੇ ਭਟਕਣ ਤੇ ਪਈ ਹੈ। ਜੀਵਨ ਦਾ ਤੇ ਪਤਾ ਹੀ ਨਹੀਂ, ਭਰੋਸਾ ਹੀ ਨਹੀਂ। ਅਗਲਾ ਸਾਹ ਵੀ ਆਣਾ ਕਿ ਨਹੀਂ ਆਣਾ। ਹਮ ਆਦਮੀ ਹਾਂ ਇੱਕਦਮ ਹੀ, ਦਮ ਆਇਆ ਤੇ ਆਦਮੀ ਨਹੀਂ ਤੇ ਮਿੱਟੀ ਫਿਨਿਸ਼।
किन्नी को लंबी जिंदगी समझी बैठे हैं। सामान 100 बरस का, पल की खबर नहीं। आगाह अपनी मौत से कोई बशर नहीं। सामान 100 बरस का, पल की खबर नहीं। The most certain thing about life is that life is uncertain. किसी अंग्रेज विद्वान ने किया है, the most certain thing about life, जे को अटल सच्चाई है जिंदगी दी तो वही है, the most certain thing about life is that life is uncertain. अगला सा आना है कि नहीं आना। हर जपदियाँ एक खिंड ढिल ना कीजे मेरी जिंदड़िए, मत के जापे सा आवे के ना आवे राम। तो जिस जिंदगी का भरोसा ही नहीं, क्या भरोसा है इस जिंदगी का, साथ देती नहीं है किसी का। तो जिस चीज़ का भरोसा ही नहीं, वो वेला क्यों ना संभाल लईए। तो गुरुदेव ने तो खुली गल की है, गुरु का जिगर तो एडा वड्डा है, वो कहते ने एक चित्त जे एक छिन ते आयो, एक छिन मात्र भी तेरा ध्यान जुड़ जाए, बस ए जपी जाना है, इस करके कि वो क्षण आ जाए, वो छिन आ जाए। एक चित्त जे एक छिन ते आयो, काल फास के बीच ना आयो। इसलिए पातशाह ने क्या अरदास सिखाई सानू, निमक एक हर नाम दे मेरा मन तन शीतल होए। एक निमक मात्र, निमक समझते हो, अख झपकन का समा, निमक 1 मिनट का 300वां हिस्सा होंदा है निमक। मैं अगे भी जिक्र किया सी, 15 निमक का एक विस्सा, 15 विस्सियां का एक चस्सा, 30 चस्सियां का एक पल, 60 पलों की एक घड़ी, तो 7.5 घड़ियां का एक पैर। कंप्यूटर लैके बैठोगे, कैलकुलेटर लैके बैठोगे, निमक है 1 सेकंड का 300वां हिस्सा। एड़ा शब्द असीं पढ़ने हैं ना, लख खुशियां पातशाहियां जे सतगुर नदर करे, निमक एक हर नाम दे। वो कहते ने लखां खुशियां ते पातशाहियां प्राप्त हो जान जे सतगुर किरपा कर दे। की किरपा कर दे? निमक एक हर नाम दे। एक निमक वास्ते अपना नाम साढ़े अंदर वसा दे, एक निमक वास्ते वसी जुड़ जाइए, मेरा मन तन शीतल होए। कई विद्वान भी पूछेंगे भी लै इन्नी जल्दी किमें हो सकता है। तो उदाहरण वजों मैं छोटी जी मिसाल आपको देना, मान लो कोई खंडर मकान पे है, कई सालों तो बंद है, रात वेले तुम उस मकान गए, 25, 30, 40 साल तो मकान वीरान पे है, बंद पे है, कोई बत्ती नहीं जलती, अंधेरा गुप है। तो उन अंधेरा दूर करने वास्ते 30 साल लगेंगे। एक टॉर्च, एक बल्ब, एक माचिस की तीली जगा दो, एक दीपक जला दो, अंधेरा दूर। वो जो 30 साल तो घुप हनेरा सी, वो छिन मात्र च खत्म हो गया। बस इस तरह ही एक छिन वास्ते मन जुड़ गया, जन्मां जन्मां की मैल उतर गई, जन्मां जन्मां के पाप धुल गए, जन्मां जन्मां के माड़े कर्म नाश हो गए, तो प्रभु के दीदार हो गए, मुक्ति प्राप्त हो गई। इसलिए पातशाह ने कहा, लख खुशियां पातशाहियां, लखां ही खुशियां ते पातशाहियां प्राप्त होंदियां ने जे सतगुर नदर करे। ये उन संसारिक असें जोड़ लिया, भावें कोई खुशी का समा होता है ना, प्यार वाले रागी सिंह में शब्द जरूर पढ़ते हैं, परिवार की भी इच्छा होती है भी लख खुशियां शब्द सुनाओ जी। वो बड़ी धुना कट के, पर ठीक है, अच्छी गल है, बाणी किसी रूप में पढ़ी जाए चंगी गल है, बट वह भाव भी तो समझिए ना, लखां खुशियां ते पातशाहियां कितों प्राप्त होंदियां। इस दुनियावी खुशी नहीं, पल दो पल की खुशी नहीं, वो खुशी जो सदीवी है, जो आके जाती नहीं, जो टिकाव वाली खुशी, आनंद, जिन्हों आनंद क्या है, जिस आनंद साहब की बाणी असें पढ़ रहे हैं, वो आनंद जिहड़ा सदीवी आनंद है, सदीवी खेड़ा है, साडा मूल स्वरूप है आनंद। असें सत स्वरूप हाँ, असें ज्ञान स्वरूप हाँ, असें आनंद स्वरूप हाँ, बस अपने आप तो ही टुटे पे हैं।
ਆਪਣੇ ਹੀ ਘਰ ਦਾ ਪਤਾ ਗਵਾਚ ਗਿਆ। ਦੁਨੀਆ ਦੇ ਸਭ ਟਿਕਾਣੇ ਸਾਨੂੰ ਪਤਾ ਨੇ, ਆਪਣੇ ਘਰ ਦਾ ਹੀ ਨਹੀਂ ਪਤਾ। ਤਾਂ ਹੀ ਤੇ ਪਾਤਸ਼ਾਹ ਨੇ ਬਾਣੀ 'ਚ ਉਪਦੇਸ਼ ਦਿੱਤਾ, ਉਹ ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਘਰੇ। ਆਪਣੇ ਘਰ 'ਚ ਆ, ਫਿਰ ਘਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। तो अपने घर टिक के बैठ, परमात्मा तेरे सारे काज सवार देगा, गुरु तेरे सारे काज सवार देगा। पर पातशाह कृपा करते हैं, बख्शिश करते हैं, लख खुशियाँ पातशाहियाँ, जे सतगुर नदर करे, निमख एक हर नाम दे। वो पातशाहियाँ, वो सदीवी सुख प्राप्त होंगे जे एक निमख, एक छिन मात्र वास्ते भी नाम हिरदे वस जाए। निमख एक हर नाम दे, मेरा मन तन शीतल होए। शरीर के रोग भी चले गए, शरीर के भी सारे सुख प्राप्त हो गए, तो मन भी टिकाव विच आ गया, मन भी शांति च आ गया। अज इतनी सेवा प्रवान करनी प्यारी साध संगत। बानी अगाध बोध है, बानी पढ़द्या, बानी विचारद्या अनेकां अनेक भुलां हो जांदियां। आप संगत रूप हो, गुरु रूप हो, भुलां बख्श देनियां। सतगुर पातशाह रहमत करन, बानी दी सोझी, बानी दा ज्ञान, बानी दा प्रकाश पढ़द्या सुनद्या दे हिरदियां विच कर देन। बानी दे भाव पढ़द्या सुनद्या दे हिरदियां विच बसा देन। आओ असीस रूपी फतेह गजाओ जी। वाहिगुरू जी का खालसा, वाहिगुरू जी की फतेह।